ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਸੁਣਾਂਗੇ ਜੀ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀ ਲਿਖੀ ਹੋਈ ਕਹਾਣੀ ਵੱਡਾ ਭਰਾ। ਸੀ ਤਾਂ ਆਸ਼ੂ ਜਨਮ ਤੋਂ ਹੀ ਹੋਣਹਾਰ, ਪਰ ਇਨਫੈਂਟ ਸਕੂਲ ਵਿੱਚ ਬਿਤਾਏ ਹੋਏ 2 ਸਾਲਾਂ ਨੇ ਉਸਦੇ ਪ੍ਰਤਿਭਾਵਾਨ ਹੋਣ ਦਾ ਯਕੀਨ ਕਰਵਾ ਦਿੱਤਾ। ਸਕੂਲ ਜਾਣ ਤੋਂ ਪਹਿਲਾਂ ਹੀ ਉਸਨੇ ਨਿੱਕੀਆਂ ਪੁਸਤਕਾਂ ਪੜ੍ਹਨੀਆਂ ਸਿੱਖ ਲਈਆਂ ਸਨ। ਸਕੂਲ ਜਾ ਕੇ ਉਸਦੇ ਗਿਆਨ ਵਿੱਚ ਹੋਰ ਵਾਧਾ ਹੋਇਆ। ਉਸਨੂੰ ਸੂਰਜ, ਚੰਨ, ਤਾਰਿਆਂ ਬਾਰੇ ਪਤਾ ਲੱਗਾ। ਉਸਦੀ ਟੀਚਰ ਨੇ ਦੱਸਿਆ ਕਿ ਧਰਤੀ ਉੱਤੇ ਬਹੁਤ ਵੱਡੇ ਜਾਨਵਰ ਰਹਿੰਦੇ ਹਨ, ਜਿਨ੍ਹਾਂ ਨੂੰ ਡਾਇਨਾਸੌਰ ਆਖਿਆ ਜਾਂਦਾ ਹੈ। ਹਰ ਨਵੀਂ ਜਾਣੀ ਗੱਲ ਨੂੰ ਆਪਣੇ ਮਾਤਾ ਪਿਤਾ ਕੋਲ ਦੁਹਰਾਉਂਦਾ ਸੀ। ਮਾਤਾ ਪਿਤਾ ਦੀ ਪ੍ਰਸੰਨਤਾ ਉਸਨੂੰ ਹੋਰ ਜਾਣਨ ਦਾ ਉਤਸ਼ਾਹ ਦਿੰਦੀ ਸੀ। ਇਸ ਉਤਸ਼ਾਹ ਦੀ ਪਛਾਣ ਕਰਕੇ ਉਸਦੀ ਟੀਚਰ ਉਸ ਵੱਲ ਉਚੇਚਾ ਧਿਆਨ ਦਿੰਦੀ ਸੀ। ਆਪਣੀ ਟੀਚਰ ਦਾ ਧਿਆਨ ਪਾ ਕੇ ਆਸ਼ੂ ਘਰ ਅਤੇ ਸਕੂਲ ਵੀ ਇੱਕੋ ਜਿਹਾ ਸੁਰੱਖਿਅਤ ਅਤੇ ਸੁਨੇਹਲਾ ਸਮਝਦਾ ਸੀ। ਸਕੂਲ ਵਿੱਚ ਬਹੁਤ ਸਾਰੇ ਬੱਚਿਆਂ ਨਾਲ ਰਲ ਕੇ ਦੌੜਨ ਭੱਜਣ ਦੀ ਖੁੱਲ੍ਹ ਸੀ। ਘਰ ਵਿੱਚ ਛੋਟੇ ਵੀਰ ਟੀਨੂ ਦੀ ਸੰਭਾਲ ਕਰਕੇ ਆਪਣੇ ਮਾਤਾ ਦੀ ਪ੍ਰਸ਼ੰਸਾ ਅਤੇ ਸ਼ੁਕਰਗੁਜ਼ਾਰੀ ਪ੍ਰਾਪਤ ਕਰਨ ਦੀ ਖੁਸ਼ੀ ਸੀ। ਸਕੂਲ ਵਿੱਚ ਬਾਕੀ ਬੱਚਿਆਂ ਨਾਲੋਂ ਬਹੁਤਾ ਹੁਸ਼ਿਆਰ ਹੋਣ ਦਾ ਮਾਣ ਮਿਲਦਾ ਸੀ। ਘਰ ਵਿੱਚ ਵੱਡਾ ਭਰਾ ਹੋਣ ਦਾ ਗੌਰਵ ਸੀ। 7 ਸਾਲਾਂ ਦਾ ਹੋ ਕੇ ਜਦੋਂ ਆਸ਼ੂ ਜੂਨੀਅਰ ਵਿੱਚ ਗਿਆ ਤਾਂ ਉਸਦੀ ਦੁਨੀਆ ਹੋਰ ਵਡੇਰੀ ਹੋ ਗਈ। ਇਹ ਸਕੂਲ ਵੱਸੋਂ ਤੋਂ ਜ਼ਰਾ ਕੁ ਪਰੇ ਖੁੱਲ੍ਹੇ ਕੁਦਰਤੀ ਵਾਤਾਵਰਣ ਵਿੱਚ ਸਥਿਤ ਸੀ। ਹਰੇ ਮਖਮਲੀ ਘਾਹ ਨਾਲ ਕੱਜੀਆਂ ਗਰਾਊਂਡਾਂ ਨੂੰ ਵੇਖ ਕੇ ਉਸਨੂੰ ਆਪਣਾ ਆਕਾਰ ਵਡੇਰਾ ਅਤੇ ਹਿਰਦਾ ਵਿਸ਼ਾਲ ਜਾਪਣ ਲੱਗਾ। ਸਕੂਲ ਅਤੇ ਗਰਾਊਂਡਾਂ ਦੇ 4 ਚੁਫੇਰੇ ਬਣੇ ਉੱਚੇ ਦੰਤਰੇ ਦੀ ਸੰਘਣੀ ਵਾੜ ਤੋਂ ਪਰੇ ਨਿੱਕੀਆਂ ਝਾੜੀਆਂ ਵਿੱਚ ਉੱਗੇ ਹੋਏ ਜੰਗਲੀ ਫੁੱਲ ਉਸਨੂੰ ਨਿਮੰਤਰਣ ਦੇਣ ਲੱਗੇ। ਕੁਝ ਹੀ ਦਿਨਾਂ ਵਿੱਚ ਉਸਨੇ ਦੰਤਰੇ ਦੀ ਵਲਗਣ ਤੋਂ ਪਰੇ ਝਾੜੀਆਂ ਦੇ ਓਹਲੇ ਇੱਕ ਰਮਣੀਕ ਥਾਂ ਛੋੜ ਲਈ। ਗਰਮੀਆਂ ਦੀਆਂ ਸੁਹਾਵਣੀਆਂ ਸਵੇਰਾਂ ਨੂੰ ਸਵਖਤੇ ਘਰੋਂ ਤੁਰ ਕੇ ਇੱਥੇ ਆ ਬੈਠਦਾ ਤੇ ਪੁਸਤਕ ਵਿੱਚ ਲੀਨ ਹੋ ਜਾਂਦਾ। ਅੱਧੀ ਛੁੱਟੀ ਵੇਲੇ ਸਮਾਂ ਮਿਲਣ ਉੱਤੇ ਵੀ ਇਵੇਂ ਹੀ ਕਰਦਾ। ਪੁਸਤਕਾਂ ਪੜ੍ਹਨ ਨਾਲ ਆਸ਼ੂ ਦੀ ਦੁਨੀਆ ਹੋਰ ਵਡੇਰੀ ਅਤੇ ਵਿਸਮਾਦੀ ਹੋ ਜਾਂਦੀ। ਉਸਦੀ ਦੁਨੀਆ ਵਿੱਚ ਸੁੰਦਰਤਾ ਦਾ ਸੰਚਾਰ ਹੋਣ ਕਰਕੇ ਇਸ ਸਕੂਲ ਆਸ਼ੂ ਨੂੰ ਇਨਫੈਂਟ ਨਾਲੋਂ ਕਿਤੇ ਵੱਧ ਪਿਆਰਾ ਲੱਗਾ। ਪਹਿਲੇ ਸਾਲ ਦੇ 6 ਮਹੀਨਿਆਂ ਵਿੱਚ ਉਸਨੇ ਸਕੂਲ ਦੀ ਲਾਇਬ੍ਰੇਰੀ ਵਿੱਚ ਸਾਰੀਆਂ ਪੁਸਤਕਾਂ ਪੜ੍ਹ ਮਾਰੀਆਂ। ਉਸਦੀ ਮਾਤਾ ਟਾਊਨ ਹਾਲ ਦੀ ਲਾਇਬ੍ਰੇਰੀ ਤੋਂ ਵੀ ਉਸਨੂੰ ਕਿਤਾਬਾਂ ਲਿਆ ਦਿੰਦੀ। ਉਸਦਾ ਦਾਅ ਲੱਗਦਾ ਤਾਂ ਸਕੂਲ ਨੂੰ ਆਉਂਦਿਆਂ ਜਾਂਦਿਆਂ ਵੀ ਕਿਤਾਬ ਪੜ੍ਹਦਾ। ਕਿਤਾਬਾਂ ਉਸਨੂੰ ਕੀਲ ਲੈਂਦੀਆਂ ਸਨ। ਉਸਦੀ ਟੀਚਰ ਉਸ ਤੋਂ ਬਹੁਤ ਖੁਸ਼ ਸੀ। ਆਸ਼ੂ ਦੇ ਛੋਟੇ ਭਰਾ ਟੀਨੂ ਦੇ ਜਨਮ ਦਿਨ ਉੱਤੇ ਰੈਡੀਮੇਡ ਕੱਪੜਿਆਂ ਦੀ ਫੈਕਟਰੀ ਦਾ ਗੁਜਰਾਤੀ ਮਾਲਕ ਭੀਖੂ ਭਾਈ ਪਟੇਲ ਵੀ ਆਇਆ। ਗੱਲਾਂ ਵਿੱਚ ਉਸਨੇ ਆਸ਼ੂ ਦੀ ਮਾਤਾ ਨੂੰ ਆਖਿਆ, ਤੁਹਾਨੂੰ ਸਿਲਾਈ ਦਾ ਕੰਮ ਮੁੜ ਸ਼ੁਰੂ ਕਰ ਦੇਣਾ ਚਾਹੀਦਾ ਹੈ। ਜਦੋਂ ਆਸ਼ੂ ਦੀ ਮਾਤਾ ਨੇ ਟੀਨੂ ਦੀ ਸੰਭਾਲ ਅਤੇ ਆਸ਼ੂ ਨੂੰ ਸਕੂਲ ਲੈ ਆਉਣ ਦੀ ਜ਼ਿੰਮੇਵਾਰੀ ਦਾ ਜ਼ਿਕਰ ਕੀਤਾ ਤਾਂ ਉਸਨੇ ਕਿਹਾ, ਟੀਨੂ ਹੁਣ 4 ਸਾਲ ਦਾ ਹੋ ਗਿਆ ਹੈ। ਉਸਦੀ ਸੰਭਾਲ ਇੰਨੀ ਔਖੀ ਨਹੀਂ ਹੈ। ਆਸ਼ੂ ਦੀ ਵੀ ਸੰਭਾਲ ਕਰਦੇ ਰਹੇ ਹੋ। ਉਦੋਂ ਤਾਂ ਤੁਸੀਂ ਕੰਮ ਨਹੀਂ ਛੱਡਿਆ। ਆਸ਼ੂ ਸਿਆਣਾ ਹੋ ਗਿਆ ਹੈ। ਉਹ ਤੁਹਾਡੀ ਸਹਾਇਤਾ ਤੋਂ ਬਿਨਾਂ ਸਕੂਲ ਜਾ ਸਕਦਾ ਹੈ। ਇਲਫਰਡ ਵਿੱਚ ਰਹਿਣ ਵਾਲੀ ਇੱਕ ਸਹੇਲੀ ਨੇ ਪਟੇਲ ਦੀ ਪ੍ਰੋੜਤਾ ਕਰਦਿਆਂ ਹੋਇਆ ਆਖਿਆ, ਸਾਡਾ ਟੋਨੀ ਪਹਿਲੇ ਦਿਨੋਂ ਸਕੂਲ ਇਕੱਲਾ ਜਾਂਦਾ। ਬਸ ਇੱਕੋ ਵਾਰ ਦਾਖਲ ਕਰਾਉਣ ਗਈ ਸੀ ਮੈਂ। ਅਗਲੇ ਦਿਨ ਇਕੱਲਾ ਹੀ ਗਿਆ ਅਤੇ ਇੱਕ ਗੋਰੇ ਮੁੰਡੇ ਨੂੰ ਕੁੱਟ ਕੇ ਘਰ ਆ ਗਿਆ। ਇੱਕ ਦੀ ਗੱਲ ਮੁੱਕਦਿਆਂ ਦੂਜੀ ਬੋਲੀ, ਆਸ਼ੂ ਦਾ ਸਕੂਲ ਹੈ ਹੀ ਕਿੰਨਾ ਕੁ ਦੂਰ। ਇਸੇ ਸਿੱਧੀ ਸੜਕ 'ਤੇ ਤੁਰੇ ਜਾਣਾ ਹੈ। ਬੱਚਿਆਂ ਨੂੰ ਆਪਣੀ ਦੇਖਭਾਲ ਦਾ ਮੌਕਾ ਆਪ ਕਰਨ ਦੇਣਾ ਚਾਹੀਦਾ, ਵਰਨਾ ਉਹਨਾਂ ਵਿੱਚ ਆਤਮ ਵਿਸ਼ਵਾਸ ਨਹੀਂ ਪੈਦਾ ਹੁੰਦਾ। ਇੱਕ ਪੜ੍ਹੀ ਲਿਖੀ ਭੈਣ ਨੇ ਆਖਿਆ, ਇੱਥੇ ਤਾਂ ਟੀਚਰ ਵੀ ਬਹੁਤ ਧਿਆਨ ਦਿੰਦੇ ਨੇ। ਆਸ਼ੂ ਤਾਂ ਹੈ ਵੀ ਸਮਝਦਾਰ, ਨਾ ਕਿਸੇ ਲੜਾਈ ਵਿੱਚ ਆਵੇ ਅਤੇ ਨਾ ਝਗੜੇ ਵਿੱਚ। ਇੰਨੇ ਸਿੱਧੇ ਜਾਣਾ ਅਤੇ ਸਿੱਧੇ ਹੀ ਆਉਣਾ। ਡਰ ਫਿਕਰ ਤਾਂ ਉਹਨਾਂ ਬੱਚਿਆਂ ਦੀ ਹੁੰਦੀ ਹੈ ਜਿਹੜੇ ਸ਼ਰਾਰਤੀ ਹੋਣ। ਜਨਮ ਦਿਨ ਦੀ ਪਾਰਟੀ ਉੱਤੇ ਹੋਈਆਂ ਗੱਲਾਂ ਨਾਲ ਕੋਈ ਮਸਲਾ ਹੱਲ ਨਹੀਂ ਸੀ ਹੋਣਾ ਅਤੇ ਨਾ ਹੀ ਹੋਇਆ। ਪਰ ਭੀਖੂ ਭਾਈ ਪਟੇਲ ਸਿਲਾਈ ਵਾਲੇ ਕੱਪੜਿਆਂ ਦਾ ਵੱਡਾ ਸਾਰਾ ਬੰਡਲ ਅਗਲੇ ਸੋਮਵਾਰ ਆਸ਼ੂ ਦੇ ਘਰ ਸੁੱਟ ਗਿਆ। ਆਸ਼ੂ ਦੀ ਮਾਤਾ ਨੇ ਬਹੁਤ ਸੋਚਿਆ। ਆਸ਼ੂ ਦੇ ਪਿਤਾ ਨਾਲ ਸਲਾਹ ਕੀਤੀ, ਪਰ ਉਸਨੇ ਫੈਸਲਾ ਆਸ਼ੂ ਦੀ ਮਾਤਾ ਉੱਤੇ ਛੱਡ ਦਿੱਤਾ। ਮਾਤਾ ਨੇ ਆਸ਼ੂ ਨੂੰ ਪੁੱਛਿਆ। ਉਸਨੇ ਪੂਰਾ ਭਰੋਸਾ ਦਿਵਾਇਆ
ਕਿ ਉਹ ਇਕੱਲਾ ਸਕੂਲ ਆ ਜਾ ਸਕਦਾ ਹੈ। ਮੰਗਲਵਾਰ ਸਵੇਰੇ ਤਜਰਬੇ ਦੇ ਤੌਰ ਉੱਤੇ ਉਹ ਇਕੱਲਾ ਸਕੂਲ ਗਿਆ ਅਤੇ ਇਕੱਲਾ ਹੀ ਵਾਪਸ ਆਇਆ। ਉਸਦੇ ਚਿਹਰੇ ਉੱਤੇ ਨਵੇਂ ਤਜਰਬੇ ਦੀ ਚਮਕ ਸੀ। ਆਸ਼ੂ ਬਹੁਤ ਖੁਸ਼ ਸੀ। ਉਹ ਆਪਣਾ ਲੰਚ ਨਾਲ ਲੈ ਜਾਂਦਾ ਸੀ। ਗਰਮੀਆਂ ਦੇ ਸੁਹਾਵਣੇ ਦਿਨ ਸਨ। ਅੱਧੀ ਛੁੱਟੀ ਵੇਲੇ ਆਪਣਾ ਲੰਚ ਬਾਕਸ ਅਤੇ ਆਪਣੀ ਪੁਸਤਕ ਲੈ ਕੇ ਸਕੂਲ ਦੀ ਗਰਾਊਂਡ ਤੋਂ ਜਰਾ ਕੁ ਪਰੇ ਝਾੜੀਆਂ ਦੇ ਓਲੇ ਧੁੱਪ ਵਿੱਚ ਬੈਠ ਕੇ ਲੰਚ ਖਾ ਕੇ ਕਿਤਾਬ ਪੜ੍ਹਨ ਲੱਗ ਪੈਂਦਾ। ਇਸ ਪਾਸੇ ਸਕੂਲ ਦੇ ਬੱਚਿਆਂ ਦੀ ਆਵਾਜਾਈ ਘੱਟ ਸੀ। ਉਹ ਮੈਟਿਲਡਾ ਨਾਂ ਦੀ ਪੁਸਤਕ ਪੜ੍ਹਦਾ ਹੋਇਆ ਉਸ ਚੈਪਟਰ ਉੱਤੇ ਪੁੱਜਾ ਜਿੱਥੇ ਮੈਟਿਲਡਾ ਦੇ ਸਕੂਲ ਦੀ ਹੈੱਡ ਮਾਸਟਰ ਟਰੰਚਪੁਲ 11 ਸਾਲਾਂ ਦੇ ਮੁੰਡੇ ਬਰੂਸ ਨੂੰ ਅਸੈਂਬਲੀ ਹਾਲ ਵਿੱਚ ਸਾਰੇ ਸਕੂਲ ਦੇ ਸਾਹਮਣੇ ਇੱਕ ਵੱਡਾ ਚਾਕਲੇਟ ਕੇਕ ਖਾਣ ਦੀ ਸਜ਼ਾ ਦਿੰਦੀ ਹੈ। ਕਹਾਣੀ ਵਿੱਚ ਗੁਆਚਿਆ ਹੋਇਆ ਸੀ ਉਹ। ਕਹਾਣੀ ਦੇ ਭੀਤ ਪਾਤਰ ਬਰੂਸ ਨਾਲ ਉਸਦਾ ਤਦਾਮਤ ਹੋ ਚੁੱਕਿਆ ਸੀ। 11 ਸਾਲ ਦੇ ਬਰੂਸ ਨੂੰ 1.5 ਕਿਲੋ ਵਜ਼ਨ ਦਾ ਕੇਕ ਖਾਣ ਦੀ ਮਜਬੂਰੀ ਸੀ। ਜੇ ਨਾ ਖਾ ਸਕੇ ਤਾਂ ਹੈਡ ਟੀਚਰ ਦਾ ਹੰਟਰ ਉਸ ਦੇ ਸਰੀਰ ਨੂੰ ਲਾਸੋ-ਲਾਸ ਕਰਨ ਲਈ ਤਿਆਰ ਸੀ। ਹਾਲ ਵਿੱਚ ਬੈਠੇ 250 ਬੱਚਿਆਂ ਵਾਂਗ ਆਸ਼ੂ ਵੀ ਸਹਿਮਿਆ ਹੋਇਆ ਸੀ। ਉਹ ਲੱਤਾਂ ਪਸਾਰ ਕੇ ਘਾਹ ਉੱਤੇ ਬੈਠਾ ਹੋਇਆ ਸੀ। ਅਚਾਨਕ ਉਸ ਦੇ ਪੱਟਾਂ ਉੱਤੇ ਪਈ ਕਿਤਾਬ ਉੱਤੇ ਇੱਕ ਵੱਡਾ ਛਾਰਾ ਬਿੱਛੂ ਆ ਪਿਆ। ਉਸ ਦਾ ਧੜਾਕਾ ਨਿਕਲ ਗਿਆ। ਉਸਨੇ ਕਿਤਾਬ ਸਮੇਤ ਬਿੱਛੂ ਨੂੰ ਪਰਾਂ ਵਗਾ ਮਾਰਿਆ ਅਤੇ ਉੱਠ ਕੇ ਖਲੋ ਗਿਆ। ਉਸ ਦੇ ਸਾਹਮਣੇ 3 ਮੁੰਡੇ ਖਲੋਤੇ ਸਨ। ਇਹ ਸੀ ਜੀ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀ ਲਿਖੀ ਹੋਈ ਕਹਾਣੀ ਦਾ ਪਹਿਲਾ ਭਾਗ। ਕਹਾਣੀ ਦਾ ਅਗਲਾ ਭਾਗ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ, ਸ਼ੇਅਰ ਕਰਿਓ। ਧੰਨਵਾਦ ਜੀ।